ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ। ਗੱਲਬਾਤ ਕਰਾਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਇਲਜ਼ਾਮ ਲੱਗਦੇ ਆ ਰਹੇ ਨੇ ਕਿ ਭਗਵੰਤ ਮਾਨ ਜਿਹੜੇ ਆ ਇੱਕ ਡੰਮੀ ਸੀਐਮ ਨੇ। ਭਗਵੰਤ ਮਾਨ ਨੂੰ ਜਿਹੜੀ ਆ ਉਹ ਪਾਵਰ ਨਹੀਂ ਦਿੱਤੀ ਗਈ। ਔਰ ਕੁਝ ਦਿਨ ਪਹਿਲਾਂ ਅਸੀਂ ਚਰਚਾਵਾਂ ਕੀਤੀਆਂ ਸੀਗੀਆਂ ਕਿ ਇੱਕ ਦਿੱਲੀ ਤੋਂ ਵੱਡੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਪੰਜਾਬ ਦੀ ਸਰਕਾਰ ਦੇ ਵਿੱਚ ਅਸਿੱਧੇ ਤੌਰ ਤੇ ਫਿੱਟ ਜਿਹੜਾ ਉਹ ਕੀਤਾ ਜਾ ਸਕਦਾ ਹੈ ਔਰ ਕੈਬਨਿਟ ਰੈਂਕ ਵੀ ਜਿਹੜਾ ਦਿੱਤਾ ਜਾ ਸਕਦਾ। ਉਦੋਂ ਸ਼ਾਇਦ ਬਹੁਤੇ ਲੋਕਾਂ ਨੇ ਇਹ ਗੱਲ ਨੂੰ ਜ਼ਿਆਦਾ ਤਰਜੀਹ ਨਹੀਂ ਦਿੱਤੀ, ਪਰ ਅੱਜ ਉਹ ਗੱਲ ਜਿਹੜੀ ਸੱਚ ਹੋ ਗਈ ਹੈ। ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਪਰਸਨ ਜਿਹੜਾ ਉਹ ਬਣਾਇਆ ਗਿਆ। ਇਸ ਕਮੇਟੀ ਦਾ ਕੀ ਕੰਮ ਹੋਊਗਾ? ਕਿ ਇਸ ਕਮੇਟੀ ਦੇ ਚੇਅਰਪਰਸਨ ਪੰਜਾਬ ਦੇ ਮੁੱਖ ਮੰਤਰੀ ਜਿੰਨੀ ਪਾਵਰ ਰੱਖਦੇ ਨੇ? ਜੇ ਰੱਖਦੇ ਨੇ ਤਾਂ ਕੀ ਭਗਵੰਤ ਮਾਨ ਦਾ ਫਿਰ ਮੁੱਖ ਮੰਤਰੀ ਦੇ ਤੌਰ ਤੇ ਕੀ ਕੰਮ ਹੋਊਗਾ? ਕਿ ਇਹ ਜਿਹੜਾ ਫੈਸਲਾ ਭਗਵੰਤ ਮਾਨ ਦੀ ਮਰਜ਼ੀ ਦੇ ਨਾਲ ਕੀਤਾ ਗਿਆ ਜਾਂ ਭਗਵੰਤ ਮਾਨ ਤੇ ਧੱਕੇ ਨਾਲ ਥੋਪਿਆ ਗਿਆ? ਕਿ ਭਗਵੰਤ ਮਾਨ ਦੀ ਪਾਵਰ ਨੂੰ ਕਾਟ ਕਰਨ ਦੇ ਲਈ ਇਹ ਫੈਸਲਾ ਜਿਹੜਾ ਕੀਤਾ ਗਿਆ? ਕਿ ਹੁਣ ਸਰਕਾਰ ਜਿਹੜੀ ਆ ਰਾਘਵ ਚੱਢਾ ਚਲਾਉਣਗੇ? ਕਿ ਹੁਣ ਸਰਕਾਰ ਜਿਹੜੀ ਆ ਸਿੱਧੇ ਤੌਰ ਤੇ ਦਿੱਲੀ ਤੋਂ ਚੱਲੇਗੀ? ਕਿ ਵਾਕਈ ਭਗਵੰਤ ਮਾਨ ਜਿਹੜੇ ਆ ਉਹ ਸੀਐਮ ਡੰਮੀ ਨੇ? ਇਸ ਤੇ ਜਿਹੜੀ ਗੱਲਬਾਤ ਕਰਾਂਗੇ। ਗੱਲਬਾਤ ਪੂਰਨ ਤਰੀਕੇ ਦੇ ਨਾਲ ਕਰਨ ਦੇ ਲਈ, ਸਹੀ ਔਰ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਜੀ, ਆਪਾਂ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਆਪਾਂ ਪ੍ਰੋਗਰਾਮ ਕੀਤਾ ਸੀ ਕੁਝ ਦਿਨ ਪਹਿਲਾਂ, ਜਿਹਦੇ ਵਿੱਚ ਸਾਫ਼ ਤੌਰ ਤੇ ਇਹ ਸੰਕੇਤ ਜਿਹੜੇ ਆਪਾਂ ਕੁਝ ਦਿਨ ਪਹਿਲਾਂ ਹੀ ਆਪਣੇ ਦਰਸ਼ਕਾਂ ਨੂੰ ਜਿਹੜੇ ਉਹ ਦੇ ਦਿੱਤੇ ਸੀਗੇ। ਬੇਸ਼ੱਕ ਉਹ ਸੰਕੇਤ ਜਿਹੜੇ ਆਪਾਂ ਉਸ ਦਿਨ ਦਿੱਤੇ ਸੀ ਅੱਜ ਉਹ ਸੱਚ ਹੋ ਗਏ ਨੇ। ਰਾਘਵ ਚੱਢੇ ਨੂੰ ਕਹਿੰਦੇ ਸਲਾਹਕਾਰ ਕਮੇਟੀ ਦਾ ਜਿਹੜਾ ਚੇਅਰਪਰਸਨ ਲਾ ਦਿੱਤਾ ਗਿਆ, ਉਹ ਸਰਕਾਰ ਨੂੰ ਸਲਾਹ ਦੇਊਗੀ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਕੈਬਨਿਟ ਰੈਂਕ ਵੀ ਜਿਹੜਾ ਹੁਣ ਰਾਘਵ ਚੱਢੇ ਨੂੰ ਉਹ ਮਿਲੇਗਾ ਇਸ ਦੇ ਨਾਲ। ਤਾਂ ਫਿਰ ਕਿਵੇਂ ਦੇਖਦੇ ਹੋ ਰਾਘਵ ਚੱਢੇ ਨੂੰ ਅਸਿੱਧੇ ਤੌਰ ਤੇ, ਜਾਂ ਆਪਾਂ ਦੂਜਾ ਮੁੱਖ ਮੰਤਰੀ ਕਹਿ ਦਈਏ ਜਾਂ ਆਪਾਂ ਸੁਪਰ ਸੀਐਮ ਕਹਿ ਦਈਏ, ਇਹ ਗੱਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰ ਹੁਣ ਰਾਘਵ ਚੱਢਾ ਸੁਪਰ ਸੀਐਮ ਹੋਣਗੇ ਤੇ ਸਿੱਧੇ ਤੌਰ ਤੇ ਹੁਣ ਜਿਹੜੇ ਫੈਸਲੇ ਸਰਕਾਰ ਦੇ ਵਿੱਚ ਉਹ ਲੈ ਸਕਣਗੇ। ਔਰ ਪਹਿਲਾਂ ਜ਼ਰੂਰ ਉਹ ਇੰਚਾਰਜ ਦੇ ਤੌਰ ਤੇ ਕੰਮ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਸਹਿ ਇੰਚਾਰਜ ਦੇ ਤੌਰ ਤੇ ਫਿਰ ਰਾਜ ਸਭਾ ਮੈਂਬਰੀ ਵੀ ਦਿੱਤੀ ਗਈ ਤੇ ਹੁਣ ਜਿਹੜਾ ਉਹਨਾਂ ਨੂੰ ਪੱਕੇ ਤੌਰ ਤੇ ਉਹਨਾਂ ਨੂੰ ਅਧਿਕਾਰ ਹੀ ਦੇ ਦਿੱਤਾ। ਤਾਂ ਕਿਵੇਂ ਦੇਖਦੇ ਹੋ ਭਗਵੰਤ ਮਾਨ ਦੇ ਉੱਪਰ ਜਿਹੜੀ ਉਹਨਾਂ ਦੀ ਪਾਵਰ ਸੀ, ਉਹਦੀ ਪਾਵਰ ਦੇ ਉੱਪਰ ਕਾਟ ਕੀਤੀ ਗਈ ਹੈ ਔਰ ਜਿਹੜੇ ਰਾਘਵ ਚੱਢਾ ਨੇ ਉਹ ਹੁਣ ਪੰਜਾਬ ਦੇ ਸੁਪਰ ਸੀਐਮ ਹੋਣਗੇ? ਸੁਖਵਿੰਦਰ ਜੀ, ਵੇਖੋ, ਜਿਹੜੇ ਮਰਜ਼ੀ ਲਕਬ ਤੁਸੀਂ ਕਹਿ ਸਕਦੇ ਜੀ, ਜਿਹੜੇ ਮਰਜ਼ੀ ਵਿਸ਼ੇਸ਼ਣ ਰਾਘਵ ਚੱਢਾ ਨਾਲ ਤੁਸੀਂ ਲਾ ਕੇ ਸੰਬੋਧਨ ਕਰ ਸਕਦੇ ਜੀ, ਸੁਪਰ ਸੀਐਮ, ਇਸ ਤਰ੍ਹਾਂ ਸੁਪਰੀ ਪਾਵਰਾਂ ਘੱਟ ਕਰਨ ਵਾਲਾ, ਜਿਸ ਤਰੀਕੇ ਨਾਲ ਮਰਜ਼ੀ ਤੁਸੀਂ ਕਹਿ। ਪਰ ਮੈਂ ਜੇਕਰ ਇਸ ਨੂੰ ਨਾਮ ਦੇਵਾਂਗਾ ਤਾਂ ਮੈਂ ਆਪਣੀ ਸਿਆਸੀ ਸਮਝ ਦੇ ਅਨੁਸਾਰ ਮੈਂ ਕਹੂੰਗਾ ਦਿੱਲੀ ਦਰਬਾਰ ਦਾ ਜਿਹੜਾ ਇੱਕ ਪੱਕਾ ਦੂਤ ਆ ਉਹ ਪੰਜਾਬ ਦੇ ਵਿੱਚ ਬਿਠਾ ਦਿੱਤਾ ਗਿਆ, ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ। ਬਿਲਕੁਲ ਉਸੇ ਤਰੀਕੇ ਦੇ ਨਾਲ ਕਿ ਜਿਸ ਤਰੀਕੇ ਨਾਲ ਦਿੱਲੀ ਸਿੱਖ ਰਾਜ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਪਹਿਲਾ ਯੁੱਧ ਲੜਦੇ ਨੇ ਅੰਗਰੇਜ਼ਾਂ ਨਾਲ, ਸਤਲੁਜ ਦੀ ਜਦੋਂ ਸੰਧੀ ਹੁੰਦੀ ਆ, ਤਾਂ ਉਸ ਸੰਧੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪਹਿਲੀ ਐਂਗਲੋ ਸਿੱਖ ਵਾਰ ਅੰਗਰੇਜ਼ਾਂ ਨਾਲ ਲੜਦੇ ਆ। ਉਸ ਵਕਤ ਜਦੋਂ ਅੰਗਰੇਜ਼ ਸਤਲੁਜ ਦਾ ਘੇਰਾ ਪਾਰ ਕਰਨਾ ਚਾਹੁੰਦੇ ਆ ਪਰ ਮਹਾਰਾਜਾ ਰਣਜੀਤ ਸਿੰਘ ਨਹੀਂ ਕਰਨ ਦਿੰਦੇ, ਜੰਗ ਹੁੰਦੀ ਆ, ਅਖੀਰ ਰਾਜਾ ਵੀ ਹਾਰ ਜਾਂਦਾ, ਅੰਗਰੇਜ਼ ਵੀ ਹਾਰਦੇ ਤੇ ਦੋਵੇਂ ਧਿਰਾਂ ਸਮਝੌਤੇ ਵਾਸਤੇ ਤਿਆਰ ਹੋ ਜਾਂਦੀਆਂ। ਤਾਂ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਇੱਕ ਸ਼ਰਤ ਲਾਉਂਦੇ ਆ ਕਿ ਸਾਡਾ ਇੱਕ ਰੈਜ਼ੀਡੈਂਟ ਜਿਹੜਾ ਲਾਹੌਰ ਦਰਬਾਰ 'ਚ ਬੈਠੇਗਾ। ਤੇ ਮਹਾਰਾਜਾ ਉਸ ਵਕਤ ਆਪਣੀ ਖੁਸਦੀ ਜਾਂਦੀ ਤਾਕਤ ਨੂੰ ਵੇਖਦੇ ਹੁੰਦੇ ਆ, ਢਲਦੀ ਜਾਂਦੀ ਉਮਰ ਨੂੰ ਵੇਖਦੇ ਹੁੰਦੇ ਆ, ਤਾਂ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਮੇਰਾ ਜਾਨਸ਼ੀਨ ਇਸ ਯੋਗ ਨਹੀਂ ਆ। ਤਾਂ ਖੈਰ ਉਹ ਸਮਝੌਤਾ ਜਿਹੜਾ ਅੰਗਰੇਜ਼ਾਂ ਦੁਆਰਾ ਕੀਤਾ ਜਾਂਦਾ ਬ੍ਰਿਟਿਸ਼ ਰੈਜ਼ੀਡੈਂਟ ਲਾਉਣ ਦਾ, ਮਹਾਰਾਜਾ ਰਣਜੀਤ ਸਿੰਘ ਕੌੜਾ ਅੱਖ ਚੱਕ ਜਾਂਦਾ। ਤੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਉਹ ਰੈਜ਼ੀਡੈਂਟ ਉੱਤੇ ਬੈਠਦਾ, ਜਿੰਨਾ ਚਿਰ ਤੱਕ ਮਹਾਰਾਜਾ ਰਣਜੀਤ ਸਿੰਘ ਜਿੰਦਾ ਰਹਿੰਦਾ ਉਹਨਾਂ ਚਿਰ ਤੱਕ ਅੰਗਰੇਜ਼ਾਂ ਦੀ ਹਿੰਮਤ ਨਹੀਂ ਪੈਂਦੀ ਕਿ ਸਤਲੁਜ ਨੂੰ ਪਾਰ ਕਰਕੇ ਲਾਹੌਰ ਦਰਬਾਰ ਵਿੱਚ ਪਹੁੰਚ ਜਾਣ ਸਿੱਧੇ ਤੌਰ ਤੇ। ਪਰ ਅਸਿੱਧੇ ਤੌਰ ਤੇ ਉਹ ਰੈਜ਼ੀਡੈਂਟ ਬੈਠਾ ਹੁੰਦਾ। ਤਾਂ ਫਿਰ ਪਤਾ ਹੀ ਆ, ਇਤਿਹਾਸ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਕੀ ਬਣਿਆ। ਕਿਸ ਤਰੀਕੇ ਨਾਲ 9 ਸਾਲ ਦੀ ਉਮਰ ਦੇ ਵਿੱਚ ਹੀ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਜਾਂਦਾ, ਮਹਾਰਾਣੀ ਜਿੰਦਾ ਗ੍ਰਿਫਤਾਰ ਕਰ ਲਈ ਜਾਂਦੀ ਆ ਤੇ ਲਾਹੌਰ ਤੇ ਸ਼ਾਹੀ ਕਿਲੇ ਤੋਂ ਜਿਹੜਾ ਖਾਲਸੇ ਦਾ ਝੰਡਾ ਲਾ ਕੇ ਉੱਤੇ ਯੂਨੀਅਨ ਜੈਕ ਲਹਿਰਾ ਦਿੱਤਾ ਜਾਂਦਾ। ਇਹ ਇਤਿਹਾਸ ਦਾ ਉਹ ਦੁਖਦਾਈ ਪੰਨਾ ਜਿਹਦੇ ਉੱਤੇ ਜ਼ਿਕਰ ਕਰਨਾ ਬਣ ਜਾਂਦਾ, ਕਿਉਂਕਿ ਹਾਲਾਤ ਜਿਹੜੇ ਨੇ ਇਸ ਵੇਲੇ ਕੁਝ ਇਹੋ ਜਿਹੇ ਸਾਹਮਣੇ ਆਏ ਨੇ
ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਾਂ ਅਸੀਂ ਕਹਿ ਸਕਦੇ ਭਗਵੰਤ ਮਾਨ ਵੱਲੋਂ ਹੀ ਰਾਘਵ ਚੱਡਾ ਨੂੰ ਪਹਿਲਾਂ ਤਾਂ ਰਾਜ ਸਭਾ ਦਾ ਮੈਂਬਰ ਪੰਜਾਬ ਤੋਂ ਬਣਾਇਆ ਜਾਂਦਾ, ਠੀਕ ਆ, ਵਿਰੋਧ ਹੁੰਦਾ, ਕਿਸੇ ਵਿਰੋਧ ਕੀਤੇ ਬਿਨਾ ਉਹ ਰਾਜ ਸਭਾ ਦੇ ਮੈਂਬਰ ਬਣਦੇ ਨੇ। ਤੇ ਹੁਣ ਜਿਸ ਤਰੀਕੇ ਦੇ ਨਾਲ ਇੱਕ ਜਨਹਿਤ ਉੱਚ ਪਾਵਰ ਕਮੇਟੀ ਬਣਾਈ ਗਈ ਆ, ਬਕਾਇਦਾ ਤੌਰ ਤੇ ਜਿਹੜੇ ਚੀਫ ਸੈਕਟਰੀ ਪੰਜਾਬ ਨੇ ਉਹਨਾਂ ਦਾ ਨੋਟੀਫਿਕੇਸ਼ਨ ਪਿਛਲੇ ਬੁੱਧਵਾਰ ਉਹਨਾਂ ਨੇ ਜਾਰੀ ਕੀਤਾ। ਉਹ ਜਾਰੀ ਕਰਨ ਤੋਂ ਬਾਅਦ ਇਹ ਸਮਝਿਆ ਜਾਣ ਲੱਗ ਪਿਆ ਸੀ ਕਿ ਇਹ ਚੇਅਰਮੈਨ ਜਿਹੜਾ ਹੋਵੇਗਾ ਇਹ ਰਾਘਵ ਚੱਡਾ ਹੀ ਹੋਣਗੇ, ਤੇ ਅੱਜ ਇਸ ਨਾਮ ਦੇ ਉੱਤੇ ਪੂਰਨ ਤੌਰ ਤੇ ਜਿਹੜੀ ਮੋਹਰ ਆ ਉਹ ਲੱਗ ਗਈ। ਹੁਣ ਇਹਦੇ ਪਿੱਛੇ ਸਰਕਾਰ ਦਾ ਜਿਹੜਾ ਤਰਕ ਆ ਉਹ ਇਹ ਆ ਕਿ ਜਨਹਿਤ ਦੇ ਕੰਮਾਂ ਵਾਸਤੇ ਇੱਕ ਉੱਚ ਪਾਵਰੀ ਕਮੇਟੀ ਹੋਊਗੀ ਜਿਹੜੀ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੇ ਨਾਲ ਮੀਟਿੰਗ ਕਰ ਸਕੇਗੀ, ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਸਕੇਗੀ, ਪਰ ਇਸ ਉੱਤੇ ਆਖਰੀ ਮੋਹਰ ਜਿਹੜੀ ਆ ਉਹ ਮੁੱਖ ਮੰਤਰੀ ਦੀ ਹੋਏਗੀ। ਵਿਚਕਾਰ ਉਹਨਾਂ ਨੇ ਇਹ ਵੀ ਕਹਿ ਦਿੱਤਾ, ਨਾਲ ਦੂਜੇ ਪਾਸੇ ਇਹ ਕਹਿਤਾ ਕਿ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਦਿੱਲੀ ਸਰਕਾਰ ਦੇ ਨਾਲ ਜਿਹੜਾ ਇਨਫੋਰਮੇਸ਼ਨ ਸ਼ੇਅਰਿੰਗ ਸਮਝੌਤਾ ਹੋਇਆ, ਜਿਹਦੀ ਹਾਲਾਂਕਿ ਅੱਜ ਤੱਕ ਜ਼ਮੀਨੀ ਪੱਧਰ ਤੇ ਕੋਈ ਸੱਚਾ ਅਸੀਂ ਕਹਿ ਸਕਦੇ ਕਿ ਕੋਈ ਮੀਟਿੰਗ ਵਗੈਰਾ ਨਹੀਂ ਹੋਈ, ਉਹਨੂੰ ਕਹਿੰਦੇ ਆ ਕਿ ਉਸ ਸਮਝੌਤੇ ਨੂੰ ਅਮਲੀ ਰੂਪ ਪਹਿਨਾਉਣ ਕਰਕੇ ਇਹ ਜਿਹੜੇ ਖਾਸ ਤੌਰ ਤੇ ਸਿਹਤ ਤੇ ਸਕੂਲੀ ਸਿੱਖਿਆ ਦੇ ਸੰਦਰਭ ਦੇ ਵਿੱਚ ਇਹ ਜਿਹੜੀ ਕਮੇਟੀ ਆ ਦਿੱਲੀ ਦੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕਰ ਸਕੂਗੀ, ਉਹਨਾਂ ਨਾਲ ਵੀ ਗੱਲਬਾਤ ਕਰ ਸਕੂਗੀ ਤੇ ਆਪਣੀ ਜਾਣਕਾਰੀ ਉਹਨਾਂ ਨੂੰ ਮੁਹੱਈਆ ਕਰ ਸਕੂਗੀ। ਚਲੋ ਉਸ ਵਾਲੇ ਪਾਸੇ ਠੀਕ ਆ ਅਣਖ ਸਾਹਿਬ, ਉਸ ਵਾਲੇ ਪਾਸੇ ਚਲੋ ਆਪਾਂ ਬਾਅਦ 'ਚ ਗੱਲ ਕਰ ਰਹੇ ਨੇ, ਪਰ ਜਿਸ ਤਰੀਕੇ ਦੇ ਨਾਲ ਅਫਸਰਾਂ ਦੇ ਨਾਲ ਸਿੱਧੇ ਤੌਰ ਤੇ ਰਾਘਵ ਚੱਡਾ ਜਿਹੜੇ ਮੀਟਿੰਗ ਕਰਨਗੇ, ਕਿ ਪਹਿਲਾਂ ਇਹ ਹੁੰਦਾ ਸੀਗਾ ਕਿ ਜਦੋਂ ਕੋਈ ਫੈਸਲਾ ਲੈਣਾ ਹੈ ਤਾਂ ਜਿਹੜੀ CM ਦੀ ਅਪਰੂਵਲ ਜਿਹੜੀ ਆ ਜ਼ਰੂਰੀ ਹੁੰਦੀ ਸੀਗੀ, ਪਰ ਹੁਣ ਅਣਖੀ ਸਾਹਿਬ ਇੱਥੇ ਸ਼ਾਇਦ ਥੋੜ੍ਹਾ ਜਿਹਾ ਤੁਸੀਂ ਮੇਰੇ ਖਿਆਲ 'ਚ ਥੋੜ੍ਹਾ ਜਿਹਾ ਤੁਸੀਂ ਜਾਂ ਭੁੱਲ ਗਏ ਜਾਂ ਮੇਰੇ ਖਿਆਲ 'ਚ ਜਾਂ ਕਿੱਦਾਂ ਮੈਨੂੰ ਸਮਝ ਨਹੀਂ ਲੱਗੀ, ਪਰ ਮੈਂ ਜੋ ਪੜ੍ਹ ਰਿਹਾ, ਤੁਸੀਂ ਵੀ ਇਹੀ ਪੜ੍ਹਿਆ, ਮੈਂ ਵੀ ਉਹੀ ਪੜ੍ਹਿਆ, ਇੱਕੋ ਹੀ ਚੀਜ਼ ਆਪਾਂ ਪੜ੍ਹੀ ਹੈ, ਉਹਦੇ ਵਿੱਚ ਇਹ ਲਿਖਿਆ ਹੈ ਕਿ ਪਹਿਲਾਂ ਅਪਰੂਵਲ ਜਿਹੜੀ ਆ CM ਤੋਂ ਬਿਨਾਂ ਨਹੀਂ ਸੀ ਮਿਲਦੀ, ਪਰ ਹੁਣ ਇਹ ਕਮੇਟੀ ਦੇ ਚੇਅਰਪਰਸਨ ਸਿੱਧੇ ਤੌਰ ਤੇ ਪੰਜਾਬ ਦੇ ਅਫਸਰਾਂ ਨੂੰ ਨਿਰਦੇਸ਼ ਦੇ ਸਕਣਗੇ, ਯਾਨੀ ਕਿ ਹੁਣ ਇਹੀ ਜਿਹੜੇ ਆ ਉਹ ਹੁਕਮ ਦੇ ਸਕਦੇ ਆ, ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਦੇਣਗੇ, ਪਹਿਲਾਂ ਸਿਰਫ ਔਰ ਸਿਰਫ ਮੁੱਖ ਮੰਤਰੀ ਦਿੰਦੇ ਸੀ, ਪਰ ਹੁਣ ਰਾਘਵ ਚੱਡਾ ਤੇ ਇਹ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਇਹ ਕਮੇਟੀ ਦੇ ਮੈਂਬਰ ਰਾਘਵ ਚੱਡਾ ਨੂੰ ਕਹਿਣਗੇ ਔਰ ਰਾਘਵ ਚੱਡਾ ਅੱਗੇ ਅਫਸਰਾਂ ਨੂੰ ਜਿਹੜਾ ਸਿੱਧੇ ਤੌਰ ਤੇ ਨਿਰਦੇਸ਼ ਜਿਹੜਾ ਉਹ ਦੇ ਸਕਣਗੇ। ਭਾਵ ਕੀ ਹੈ ਇਸ ਤੋਂ? ਭਾਵ ਇਹ ਹੈ ਕਿ ਭਗਵੰਤ ਮਾਨ ਨੂੰ ਝਟਕਾ ਹੈ ਤੇ ਭਗਵੰਤ ਮਾਨ ਦੀ ਜਿਹੜੀ ਪਾਵਰ ਹੈ ਉਹ ਕੱਟੀ ਗਈ ਹੈ, ਭਗਵੰਤ ਮਾਨ ਦੀ ਜਿਹੜੀ ਪਾਵਰ ਆ ਉਹ ਸ਼ੇਅਰ ਰਾਘਵ ਚੱਡਾ ਦੇ ਨਾਲ ਕਰ ਦਿੱਤੀ ਗਈ ਹੈ ਔਰ ਰਾਘਵ ਚੱਡਾ ਸੁਪਰ CM ਪੰਜਾਬ ਦੇ ਹੋਣਗੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ, ਪਰ ਜੋ ਮੇਰੀ ਜਾਣਕਾਰੀ ਦੇ ਅਨੁਸਾਰ ਹੈ, ਮੈਂ ਜਿਸ ਤਰੀਕੇ ਨਾਲ ਮੈਨੂੰ ਇਸ ਤਰ੍ਹਾਂ ਲੱਗਦਾ, ਜੋ ਕਮੇਟੀ ਦੀ ਉਹਨਾਂ ਨੇ ਜੋ ਇਹਦੀਆਂ ਮੱਦ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇ, ਕੁਝ ਮੱਦ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਇਹ ਜਿਹੜੀ ਕਮੇਟੀ ਬਣੇਗੀ ਇਹ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਨਿਰਦੇਸ਼ ਤੇ ਸਲਾਹ ਦੇ ਸਕਦੇ ਆ, ਪਰ ਅੰਤਮ ਫੈਸਲਾ ਜਿਹੜਾ ਉਹ ਭਗਵੰਤ ਮਾਨ ਦਾ ਹੋਏਗਾ। ਇਹ ਇੱਕ ਗੱਲ ਵਿੱਚ ਲਿਖੀ ਆ। ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਲਾਹ ਰਾਘਵ ਚੱਡਾ ਉਹਨਾਂ ਨੇ ਦੇਤੀ ਤੇ ਫਿਰ ਭਗਵੰਤ ਮਾਨ ਉਹਨਾਂ ਦਾ ਅੰਤਿਮ ਫੈਸਲਾ ਰਹਿਣਾ ਕੀ ਆ, ਉਹ ਵੀ ਅਣਖੀ ਸਾਹਿਬ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ, ਤੁਸੀਂ ਸੀਨੀਅਰ ਆ, ਤੁਸੀਂ ਚੰਗੇ ਤਰੀਕੇ ਦੇ ਨਾਲ ਸਮਝਦੇ। ਮੈਂ ਉਹ ਗੱਲ ਅੱਗੇ ਲੱਗਾ ਸਾ ਕਰਨ ਕਿ ਇਹ ਸਰਕਾਰ ਦਾ ਉਹ ਕ੍ਰਾਈਟੇਰੀਆ ਜੋ ਸਰਕਾਰ ਨੇ ਪੇਸ਼ ਕੀਤਾ, ਪਰ ਹੋਵੇਗਾ ਕੀ, ਮੈਂ ਉਧਰ ਵੀ ਲੱਗਾ, ਪਰ ਹੋਵੇਗਾ ਕੀ ਕਿ ਜਿੱਥੇ ਰਾਘਵ ਚੱਡਾ ਆਣ ਕੇ ਬੈਠ ਜਾਏਗਾ, ਜਿੱਥੇ ਰਾਘਵ ਚੱਡਾ ਹੋਣੀ ਕਿਸੇ ਮੁੱਦੇ ਦੇ ਆਣ ਕੇ ਸਲਾਹ ਹੀ ਦਿੰਦੇ ਆ, ਕੀ ਭਗਵੰਤ ਮਾਨ ਦੀ ਇੰਨੀ ਜ਼ਰੂਰਤ ਹੋਵੇਗੀ ਕਿ ਉਸ ਫੈਸਲੇ ਤੋਂ ਪਿੱਛੇ ਹਟ ਜਾਣ? ਮੈਂ ਇਸ ਪਾਸੇ ਆ ਰਿਹਾ ਕਿ ਸਰਕਾਰ ਨੇ ਆਪਣੇ ਵੱਲੋਂ ਤਾਂ ਇਹ ਗੱਲ ਕਹਿ ਦਿੱਤੀ ਕਿ ਬਿਲਕੁਲ ਕਿ ਹਾਂਜੀ ਇਹ ਕਮੇਟੀ ਬਣੀ ਆ, ਇਸ ਕਮੇਟੀ ਨੇ ਕੋਈ ਪੈਸਾ ਨਹੀਂ ਲੈਣਾ, ਇਸ ਕਮੇਟੀ ਨੇ ਕੋਈ ਫੰਡ ਨਹੀਂ ਲੈਣੇ, ਕੈਬਨਿਟ ਮੰਤਰੀ 1 ਰੁਪਏ ਦੀ ਤਨਖਾਹ ਤੇ ਕੰਮ ਕਰੂਗਾ, ਇਸ ਤਰੀਕੇ ਦੀਆਂ ਗੱਲਾਂ ਪੰਜਾਬ ਸਰਕਾਰ ਦੇ ਬੁਲਾਰੇ ਕਹਿ ਸਕਦੇ ਆ। ਪਰ ਜਿਹੜਾ ਹੁਣ ਜਿਸ ਤਰੀਕੇ ਨਾਲ ਸਾਡੇ ਪ੍ਰੋਗਰਾਮ ਦਾ ਨਾਂ ਹੀ ਲੁਕਵਾਂ ਸੱਚ ਆ, ਲੁਕਵਾਂ ਸੱਚ ਦੇ ਸੁਖਵਿੰਦਰ ਜੀ, ਫਿਰ ਇਹ ਆ ਇਸ ਕਮੇਟੀ ਦਾ ਜਿਹੜਾ ਗਠਨ ਹੋਇਆ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀਆਂ ਹਦਾਇਤਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਹੁਣ ਹਰ ਉਹ ਕੰਮ ਕੀਤਾ ਜਾਊਗਾ ਜਿਹੜਾ ਸ਼ਾਇਦ ਇਸ ਸੂਰਤ ਦੇ ਵਿੱਚ ਭਗਵੰਤ ਮਾਨ ਹੋਣੀ ਨਾ ਚਾਹੁੰਦੇ ਹੋਣ। ਸ਼ਾਇਦ ਭਗਵੰਤ ਮਾਨ ਦੀ ਕੋਈ ਜ਼ਮੀਰ ਕਿਸੇ ਮੁੱਦੇ ਤੇ ਜਾਗ ਪੈਂਦੀ ਹੋਵੇ, ਉਹਨਾਂ ਨੂੰ ਲੱਗਦਾ ਹੋਵੇ ਕਿ ਇਹ ਬੰਦਾ ਬਹੁਤ ਕਰ ਸਕਦਾ, ਕਿਉਂ ਨਾ ਅਸੀਂ ਵਿਚਕਾਰਲਾ ਰਸਤਾ ਲੱਭ ਕੇ ਨਾਲ ਅਸੀਂ ਇਹ ਕਹਿ ਦਈਏ ਕਿ ਅਖੀਰ ਤੇ ਫੈਸਲਾ ਪੰਜਾਬ ਸਰਕਾਰ ਦਾ, ਭਗਵੰਤ ਮਾਨ ਦਾ, ਆਪਾਂ ਤਾਂ ਕੇਵਲ ਸਲਾਹ ਦਿੱਤੀ ਆ। ਸੋ ਇਹ ਇੱਕ ਸੋਚੀ ਸਮਝੀ ਇੱਕ ਰਣਨੀਤੀ ਦੇ ਤਹਿਤ ਮੈਂ ਇੰਨੀ ਗੱਲ ਲੱਗਾ ਕਹਿਣ ਕਿ ਭਗਵੰਤ ਮਾਨ ਦੇ ਜਿਹੜੇ ਪਰ ਆ ਨਾ ਉਹ ਕੱਟੇ ਜਾ ਰਹੇ ਆ। ਹੁਣ ਤੁਸੀਂ ਦੇਖੋ, ਮਾਫ ਕਰਦਾ ਕਿ ਬੜਾ ਇੱਕ ਨਿੱਜੀ ਜਿਹਾ ਮਸਲਾ ਸਾਡਾ ਡਿਸਕਸ ਕਰਨਾ ਬਣਦਾ ਨਹੀਂ। ਜਿਸ ਦਿਨ ਭਗਵੰਤ ਮਾਨ ਹੋਣਾ ਦੀ
ਵਿਆਹ ਜਦੋਂ ਸੀ ਉਸ ਦਿਨ ਵੀ ਰਾਘਵ ਚੱਡਾ ਨੇ ਅਹਿਮ ਭੂਮਿਕਾ ਜਿਹੜੀਆਂ ਨੇ ਉਹਦੇ ਵਿੱਚ ਨਿਭਾਈਆਂ। ਤਾਂ ਉਥੋਂ ਸਾਫ਼ ਜ਼ਾਹਿਰ ਹੋ ਜਾਂਦਾ ਕਿ ਜਿਹੜਾ ਵਿਅਕਤੀ ਕਿਸੇ ਵਿਅਕਤੀ ਦੇ ਇੰਨਾ ਕਲੋਜ਼ ਹੈਗਾ ਕਿ ਉਸ ਕਿਸੇ ਬੰਦੇ ਉਹਦੇ ਦਿੱਤੇ ਫੈਸਲੇ ਨੂੰ, ਉਹਦੀ ਦਿੱਤੀ ਸਲਾਹ ਨੂੰ ਕੀ ਭਗਵੰਤ ਮਾਨ ਜਾਂ ਉਹ ਵਿਅਕਤੀ ਇਨਕਾਰ ਕਰ ਸਕਦਾ, ਜਿਹਦੇ ਬਾਰੇ ਇਹ ਵੀ ਪਤਾ ਕਿ ਉਹ ਸੁਪਰੀਮੋ ਜਿਹੜੇ ਨੇ ਉਹਦੇ ਬਿਲਕੁਲ ਨਜ਼ਦੀਕੀ ਆ, ਉਹਦੀ ਕਿਚਨ ਕੈਬਨਿਟ ਦਾ ਮੈਂਬਰ ਆ। ਕੁਦਰਤੀ ਤੌਰ ਤੇ ਬਿਲਕੁਲ ਤੁਸੀਂ ਠੀਕ ਇਹ ਗੱਲ ਕਹੀ ਆ, ਵਾਕਿਆ ਹੀ ਭਗਵੰਤ ਮਾਨ ਦੀਆਂ ਜਿਹੜੀਆਂ ਸ਼ਕਤੀਆਂ ਨੇ ਜੇ ਪਰ ਜਿਹੜੇ ਨੇ ਇਹ ਕੱਟ ਦਿੱਤੇ ਗਏ ਆ, ਜਾਂ ਉਹਦੇ ਉੱਤੇ ਇੱਕ ਬੰਦਾ ਅਜਿਹਾ ਪਾ ਦਿੱਤਾ ਗਿਆ ਕਿ ਹਾਂ ਭਾਈ ਕਰੇਗਾ ਇਹ, ਤੂੰ ਸਿਰਫ ਰਬੜ ਸਟੈਂਪ ਹੋਏਗਾ। ਔਰ ਇਹਦੇ ਵਿੱਚ ਅਣਖੀ ਸਾਹਿਬ ਨੁਕਸਾਨ ਵੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਹੁਣ ਰਾਘਵ ਚੱਡਾ ਦੀ ਜਿਹੜੀ ਇਨਵੋਲਵਮੈਂਟ ਸਰਕਾਰ ਦੇ ਵਿੱਚ ਵੱਧ ਗਈ ਹੈ, ਤੇ ਜੇ ਤਾਂ ਚੰਗਾ ਕੰਮ ਹੋਇਆ ਤਾਂ ਵਾਹੀ ਰਾਘਵ ਚੱਡੇ ਦੀ ਹੋਊਗੀ। ਤੇ ਭਾਈ ਤੁਸੀਂ ਦੇਖ ਲਓ, ਰਾਘਵ ਚੱਡੇ ਤੇ ਸਵਾਲ ਚੱਕਦੇ ਸੀਗੇ ਤਾਂ ਰਾਘਵ ਚੱਡੇ ਹੋਣੀ ਜਿਹੜੇ ਇੰਨਾ ਵਧੀਆ ਕੰਮ ਪੰਜਾਬ ਦੇ ਲਈ ਕਰ ਸਕਦੇ ਆ। ਔਰ ਜੇ ਕੋਈ ਕੰਮ ਪਸੰਦ ਨਾ ਆਇਆ, ਜਿਵੇਂ ਕਿ ਯੂ ਟਰਨ ਮਾਰਨ ਦੀ ਜਿਹੜੀ ਆਦੀ ਵੱਖ-ਵੱਖ ਫੈਸਲਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੋ ਚੁੱਕੀ ਹੈ, ਤੇ ਜੇ ਕੋਈ ਫੈਸਲਾ ਪਸੰਦ ਨਾ ਆਇਆ ਉਹਦੇ ਵਿੱਚ ਠੁਕਣਗੇ ਭਗਵੰਤ ਮਾਨ, ਤੇ ਜੇ ਕੋਈ ਚੰਗਾ ਫੈਸਲਾ ਆਇਆ ਤਾਂ ਹੀਰੋ ਮਿਲਦਾ ਉਹ ਰਾਘਵ ਚੱਡਾ ਬਣਨਗੇ। ਅਣਖ ਸਾਹਿਬ, ਇਹ ਜਿਹੜਾ ਫੈਸਲਾ ਅਜਿਹਾ ਲਿਆ ਰਾਘਵ ਚੱਡੇ ਨੂੰ ਲਾਉਣ ਦਾ ਇਸ ਤਰੀਕੇ ਨਾਲ, ਤਾਂ ਉਹ ਤੁਹਾਨੂੰ ਕੀ ਲੱਗਦਾ ਹੈ, ਕੀ ਤੁਸੀਂ ਸਮਝਦੇ ਹੋ ਕਿ ਇਹ ਫੈਸਲਾ ਭਗਵੰਤ ਮਾਨ ਦੇ ਉੱਪਰ ਥੋਪਿਆ ਗਿਆ ਜਾਂ ਫਿਰ ਭਗਵੰਤ ਮਾਨ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਕਿ ਭਗਵੰਤ ਮਾਨ ਰਾਘਵ ਚੱਡੇ ਦੀ ਮਦਦ ਲੈਣਾ ਚਾਹੁੰਦੇ ਸੀ, ਰਾਘਵ ਚੱਡਾ ਕੈਪੇਬਲ ਨੇ, ਇਸ ਕਰਕੇ ਉਹਨਾਂ ਨੂੰ ਨਾਲ ਜੋੜਿਆ। ਤੁਸੀਂ ਚੰਗੇ ਤਰੀਕੇ ਦੇ ਨਾਲ ਸਮਝਦੇ ਹੋ ਅਣਖੀ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਸਮਝਾਓ ਤੇ ਕੀ ਇਹ ਵਾਕਈ ਜਿਹੜੀ ਮਦਦ ਲੈਣ ਵਾਲੀ ਭਗਵੰਤ ਮਾਨ ਵੱਲੋਂ ਗੱਲ ਹੈ ਰਾਘਵ ਚੱਡੇ ਦੀ, ਜਾਂ ਫਿਰ ਇਹ ਫੈਸਲਾ ਜਿਹੜਾ ਕਿਸੇ ਹੋਰ ਮਕਸਦ ਦੇ ਨਾਲ ਭਗਵੰਤ ਮਾਨ ਦੇ ਉੱਪਰ ਥੋਪਿਆ ਗਿਆ? ਸੁਖਵਿੰਦਰ, ਮੈਨੂੰ ਆ ਜਿਹੜੀ ਤੁਸੀਂ ਦੋ ਸਥਿਤੀਆਂ ਤੁਸੀਂ ਬਿਆਨ ਕੀਤੀਆਂ ਨੇ, ਮੈਨੂੰ ਇਸ ਤੋਂ ਅਗਲੀ ਸਥਿਤੀ ਇੱਕ ਹੋਰ ਨਜ਼ਰ ਆਉਂਦੀ ਆ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਰਾਘਵ ਚੱਡਾ ਨੂੰ ਉੱਤੇ ਬਿਠਾ ਕੇ ਇੱਕ ਕਿਸਮ ਦੇ ਨਾਲ ਜਿਹੜਾ ਅਰਵਿੰਦ ਕੇਜਰੀਵਾਲ ਦੇ ਉਹ ਸੁਪਨੇ, ਜਿਹੜੇ ਸੁਪਨੇ ਇੱਕ ਪੂਰਨ ਰਾਜ ਉੱਤੇ ਬਤੌਰ ਮੁੱਖ ਮੰਤਰੀ ਦੇ ਰੂਪ ਚ ਕੰਮ ਕਰਦੇ ਜਿਹੜੇ ਸੁਪਨੇ ਆ, ਉਹਨਾਂ ਸੁਪਨਿਆਂ ਦੀ ਪੂਰਤੀ ਵਾਸਤੇ ਹੀ ਰਾਘਵ ਚੱਡਾ ਨੂੰ ਅਰਵਿੰਦ ਕੇਜਰੀਵਾਲ ਨੇ ਇੱਥੇ ਅਪਾਇੰਟ ਕੀਤਾ, ਜਿਹਦੇ ਨਾਲ ਉਹ ਹਰ ਚੀਜ਼ ਉਹ ਕਰ ਸਕੇ। ਕਿਉਂਕਿ ਸ਼ਾਇਦ ਭਗਵੰਤ ਮਾਨ ਨੂੰ ਕਿਤੇ ਉਹ ਨਿਰਦੇਸ਼ ਦੇਵੇ ਤਾਂ ਭਗਵੰਤ ਮਾਨ ਕੇ ਸੂਰਜ ਅੱਖਾਂ ਕੱਢ ਸਕਦਾ ਕਿ ਹਾਂ ਵੀ ਮੈਂ ਇੱਥੋਂ ਜਿੱਤਿਆ। ਪਰ ਜਦੋਂ ਉਹ ਰਾਘਵ ਚੱਡਾ ਜਿਹੜਾ ਇੱਕ ਇਨਡਾਇਰੈਕਟਲੀ ਜਿਹੜੀ ਆ ਉਹ ਅਪਰੋਚ ਉੱਥੇ ਕਰ ਦਿੱਤੀ ਗਈ ਆ, ਕਿ ਰਾਘਵ ਚੱਡਾ ਵੀ ਕੁਝ ਨਹੀਂ ਹੋਏਗਾ। ਮੈਨੂੰ ਜੋ ਲੱਗਦਾ ਅਸਲ ਚ ਰਾਘਵ ਚੱਡੇ ਦੀ ਵੀ ਕਮਾਨ ਜਿਹੜੀ ਆ ਉਹ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੋਵੇਗੀ, ਕਿਉਂਕਿ ਰਾਘਵ ਚੱਡਾ ਦੀ ਜਿਹੜੀ ਸਥਿਤੀ ਆ ਉਹ ਇੱਕ ਸਧਾਰਨ ਰਾਜ ਸਭਾ ਦੇ ਮੈਂਬਰ ਦੀ ਹੈ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਇੱਕ 2 ਵਾਰ ਦਾ 3 ਵਾਰ ਤੱਕ ਦਾ ਮੁੱਖ ਮੰਤਰੀ ਹੈ, ਔਰ ਉਹਦੇ ਮਨ ਦੇ ਵਿੱਚ ਜਿਹੜੀ ਉਹ ਲਾਲਸਾ ਹੈ ਇੱਕ ਪੂਰਨ ਰਾਜ ਦੇ ਮੁੱਖ ਮੰਤਰੀ ਨੂੰ ਚਲਾਉਣ ਦੀ, ਉਹ ਅਜੇ ਤੱਕ ਪੂਰੀ ਨਹੀਂ ਹੋਈ। ਤੇ ਸ਼ਾਇਦ ਇਸੇ ਹੀ ਕਾਰਨ ਉਹਨੇ ਆਪਣਾ ਦੂਤ, ਜਦੋਂ ਮੈਂ ਸਟਾਰਟ ਤੇ ਗੱਲ ਕੀਤੀ ਆ, ਇੱਕ ਰੈਜ਼ੀਡੈਂਟ ਜਿਹੜਾ ਆਪਣਾ ਇੱਥੇ ਨਿਯੁਕਤ ਕਰ ਦਿੱਤਾ, ਜਿਹੜਾ ਰੈਜ਼ੀਡੈਂਟ ਪੰਜਾਬ ਸਰਕਾਰ ਦੀਆਂ ਸਾਰੀਆਂ ਗਤੀਵਿਧੀਆਂ ਤੇ ਨਜ਼ਰ ਰੱਖੇਗਾ ਤੇ ਉਹਨਾਂ ਨਜ਼ਰ ਰੱਖਦੇ ਨਿਰਦੇਸ਼ ਜਿਹੜੇ ਨੇ ਉਤੋਂ ਮਿਲਣਗੇ। ਅਣਖੀ ਸਾਹਿਬ, ਇੱਧਰ ਵਿਰੋਧੀ ਵੀ ਜਿਹੜੇ ਸਵਾਲ ਚੱਕਣਾ ਸ਼ੁਰੂ ਹੋ ਚੁੱਕੇ ਨੇ। ਰਾਜਾ ਵੜਿੰਗ ਨੇ ਜਿਹੜੀ ਇੱਕ ਪੋਸਟ ਪਾਈ ਹੈ ਉਹਦੇ ਵਿੱਚ ਲਿਖਦੇ ਨੇ ਕਿ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਜਿਹੜੀ ਰਾਘਵ ਚੱਡੇ ਦੀ ਹੈ, ਉਹਨਾਂ ਨੂੰ ਪੰਜਾਬ ਦੇ ਕਹਿੰਦੇ ਮੁੱਖ ਮੰਤਰੀ ਬਣਾਉਣ ਦੇ ਬਰਾਬਰ ਹੈ। ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਗਵੰਤ ਮਾਨ ਨੇ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ, ਨਾਲੇ ਉਹਨਾਂ ਨੇ ਇਹ ਨਹੀਂ ਕਿਹਾ, ਹਾਂ ਇਹੀ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਨੂੰ ਇੰਜ ਲੱਗਦਾ ਹੈ ਕਿ ਭਗਵੰਤ ਮਾਨ ਨੇ ਦਿੱਲੀ ਨੂੰ ਠੇਕੇ ਤੇ ਦੇ ਦਿੱਤਾ ਹੋਵੇ, ਠੇਕੇ ਤੇ ਪੰਜਾਬ ਦੀ ਸਰਕਾਰ ਦਿੱਲੀ ਵਾਲਿਆਂ ਨੂੰ ਦੇ ਦਿੱਤੀ ਹੋਵੇ। ਇਹ ਜਿਹੜੀ ਗੱਲ ਅਣਖੀ ਸਾਹਿਬ ਕਹਿੰਦੇ ਹੋਏ ਵਿਰੋਧੀ ਨਜ਼ਰ ਆ ਰਹੇ ਨੇ। ਆਪਾਂ ਸੁਪਰ ਸੀਐਮ ਦੀ ਗੱਲ ਕਰਦੇ ਹਾਂ, ਉਹ ਪ੍ਰੋਪਰ ਮੁੱਖ ਮੰਤਰੀ ਦੀ ਗੱਲ ਕਰ ਰਹੇ ਹੈ ਕਿ ਪ੍ਰੋਪਰ ਮੁੱਖ ਮੰਤਰੀ ਬਣਾਉਣ ਦੇ ਬਰਾਬਰ ਹੈ। ਸੁਖਵਿੰਦਰ ਵੇਖੋ, ਇਹ ਤਾਂ ਬਚਾਅ ਇਹੋ ਜਿਹੇ ਜਿਹੜੇ ਹਮਲੇ ਨੇ ਵਿਰੋਧੀ ਪਾਰਟੀਆਂ ਤੇ ਕਰਦੀਆਂ, ਜਦੋਂ ਤੁਸੀਂ ਸੁੱਤੇ ਸਿੰਘ ਅਜਿਹੇ ਮੁੱਦੇ ਤੁਸੀਂ ਦੇ ਰਹੇ ਜੇ ਰਵਾਇਤੀ ਪਾਰਟੀਆਂ ਨੂੰ। ਰਵਾਇਤੀ ਪਾਰਟੀ ਤਾਂ ਤੁਹਾਡੀ ਹਰ ਐਕਟੀਵਿਟੀ ਤੇ ਹਰ ਗਤੀਵਿਧੀ ਤੇ ਬਾਜ ਅੱਖ ਰੱਖਦੀ ਪਈ ਆ ਕਿ ਤੁਸੀਂ ਕੋਈ ਕੰਮ ਕਰੋ, ਸਹੀ ਚੰਗਾ ਕਰੋ ਜਾਂ ਮਾੜਾ ਕਰੋ, ਇਹ ਇੱਕ ਵੱਖਰਾ ਇਸ਼ੂ ਆ। ਉਹਨਾਂ ਨੇ ਤੁਹਾਨੂੰ ਘੇਰੇ ਵਿੱਚ ਲੈਣਾ ਹੀ ਆ। ਅਜੇ ਤੱਕ ਰਾਘਵ ਚੱਡਾ ਨੂੰ ਜਦੋਂ ਸੀ ਆਪਣੇ ਰਾਜ ਸਭਾ ਦਾ ਮੈਂਬਰ ਬਣਾਇਆ, ਉਦੋਂ ਇੱਕ ਜ਼ਬਰਦਸਤ ਵਿਰੋਧ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਨੇ ਇਸ ਮੁੱਦੇ ਤੇ ਸਫਾਈ ਦਿੱਤੀ, ਅੰਬਿਕਾ ਸੋਨੀ ਦੀ ਗੱਲ ਕੀਤੀ, ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ, ਕਈਆਂ ਦੀ ਗੱਲ ਕਰਕੇ ਉਹਨਾਂ ਨੇ ਥੋੜਾ ਝਾੜਿਆ ਜਾਂ ਆਪਣਾ ਪੱਖ ਪੇਸ਼ ਕੀਤਾ। ਪਰ ਉਹ ਸੰਦੇਸ਼ ਜਿਹੜਾ ਉਹ ਗਲਤ ਗਿਆ ਤੇ ਉਸ ਦਾ ਪ੍ਰਭਾਵ ਸੰਗਰੂਰ ਦੀਆਂ ਜਿਮਨੀ ਚੋਣਾਂ ਤੇ ਵੀ ਵੇਖਣ ਨੂੰ ਪਿਆ। ਤੇ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਆਪ ਇੱਕ ਸੁਪਰ ਸੀਐਮ ਕਹਿ ਲਓ, ਇੱਕ ਦੂਤ ਕਹਿ ਲਓ, ਇੱਕ ਰੈਜ਼ੀਡੈਂਟ ਕਹਿ ਲਓ, ਇੱਕ ਮਾਣ ਮਤਾ ਅਹੁਦਾ ਦੇ ਕੇ ਉਹਨੂੰ ਪੰਜਾਬ ਦੇ ਵਿੱਚ ਉਹਦੀ ਐਂਟਰੀ ਕਰਾਈ ਆ, ਤੇ ਜਿਸ ਤਰੀਕੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਕਿ ਉਹਦੀ ਕੋਠੀ ਦੇ ਆਲੇ ਦੁਆਲੇ ਹਾਈਟੈਕ ਸਿਕਿਉਰਿਟੀ ਜਿਹੜੀ ਆ ਉਹ ਲਾ ਦਿੱਤੀ ਗਈ ਆ, ਤਾਂ ਕੁਦਰਤੀ ਤੌਰ ਤੇ
ਸਿੱਧੂ ਸਾਹਿਬ, ਇਹ ਗੱਲਾਂ ਤਾਂ ਫਿਰ ਹੋਣਗੀਆਂ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਗੱਲਾਂ ਸੁਣਨੀਆਂ ਪੈਣਗੀਆਂ। ਔਰ ਇਹ ਗੱਲਾਂ ਜਿਹੜੀਆਂ ਨੇ, ਇਹ ਗੱਲਾਂ ਸਿੱਧ ਕਰਦੀਆਂ ਨੇ ਕਿ ਸ਼ਾਇਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਸ਼ਾਇਦ ਆ 5 ਸਾਲ ਪੰਜਾਬ ਦੇ ਵਿੱਚ ਪੂਰਾ ਕਰੇ, ਕਿਉਂਕਿ ਇਹ ਇੱਕ ਵਿਰੋਧ ਜਿਹੜਾ ਅੰਦਰੋਂ ਅੰਦਰੀ ਹੋਣਾ ਸ਼ੁਰੂ ਹੋ ਜਾਣਾ। ਤੁਸੀਂ ਦਿੱਲੀ ਦੀ ਜਿਹੜੀ ਹੈਗੀ ਆ ਹਾਲਾਤ ਦੇ ਔਰ ਪੰਜਾਬ ਦੇ ਹਾਲਾਤਾਂ ਨਾਲ ਤੁਸੀਂ ਕੰਪੈਰੀਟਿਵ ਨਹੀਂ ਕਰ ਸਕਦੇ। ਮੈਂ ਨਾ ਉਸੇ ਵਾਲੇ ਪਾਸੇ ਅਣਖੀ ਸਾਹਿਬ ਆ ਰਿਹਾ, ਕਿਉਂਕਿ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਸ਼ਾਰਟ ਸੁਣਨ ਦੀ ਆਦਤ ਹੈ, ਤਾਂ ਮੈਂ ਉਸ ਵਾਲੇ ਪਾਸੇ ਆ ਰਿਹਾ। ਸਾਰੀ ਆਪਾਂ ਸਥਿਤੀ ਬਿਆਨ ਕਰ ਦਿੱਤੀ ਹੈ, ਕਿਸ ਤਰੀਕੇ ਦੇ ਨਾਲ, ਕੀ ਮਕਸਦ ਦੇ ਨਾਲ ਜਿਹੜਾ ਉਹਨਾਂ ਨੂੰ ਲਗਾਇਆ ਗਿਆ। ਤਾਂ ਕੀ ਜਿਹੜਾ ਇਹ ਫੈਸਲਾ, ਚਾਹੇ ਉਹ ਭਗਵੰਤ ਮਾਨ ਦੇ ਉੱਪਰ ਧੱਕੇ ਨਾਲ ਥੋਪਿਆ ਗਿਆ ਹੋਵੇ, ਚਾਹੇ ਕੇਜਰੀਵਾਲ ਦੇ ਵੱਲੋਂ ਸਹਿਮਤੀ ਦੇ ਨਾਲ ਇਹ ਫੈਸਲਾ ਭਗਵੰਤ ਮਾਨ ਤੋਂ ਕਰਵਾਇਆ ਗਿਆ ਹੋਵੇ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਤਾਂ ਇਹ ਦੱਸੋ ਕਿ ਭਗਵੰਤ ਮਾਨ ਨੂੰ ਝਟਕਾ ਕਿੱਡਾ ਕੁ ਹੈ, ਔਰ ਦੂਜੀ ਗੱਲ ਇਹ ਆ ਕਿ ਪੰਜਾਬੀ ਇਸ ਚੀਜ਼ ਨੂੰ ਬਰਦਾਸ਼ਤ ਜਿਹੜਾ ਉਹ ਕਰਨਗੇ? ਹਾਂ, ਭਗਵੰਤ ਮਾਨ ਨੂੰ ਤਾਂ ਝਟਕਾ ਜ਼ਰੂਰ ਲੱਗਾ। ਭਗਵੰਤ ਮਾਨ ਨੂੰ ਝਟਕਾ ਜਦੋਂ ਉਹਦੇ ਉੱਤੇ ਇੱਕ ਬੌਸ ਉੱਤੇ ਆਣ ਕੇ ਬਿਠਾ ਦਿੱਤਾ ਗਿਆ, ਉਹਦੇ ਹੱਥ ਜਿਹੜੇ ਨੇ ਇੱਕ ਕਿਸਮ ਨਾਲ ਬੰਨ੍ਹ ਦਿੱਤੇ ਗਏ ਨੇ, ਤਾਂ ਝਟਕਾ ਤਾਂ ਸੁਖਵਿੰਦਰ ਜੀ ਹੈ ਹੀ ਹੈ, ਕਿਉਂਕਿ ਮੁੱਖ ਮੰਤਰੀ ਉਹ ਆ। ਫੈਸਲੇ ਜਿਹੜੇ ਨੇ ਚਾਹੇ ਦਿੱਲੀ ਦਰਬਾਰ ਤੋਂ ਆਉਣ, ਚਾਹੇ ਉਹ ਰਾਘਵ ਚੱਡਾ ਉਹਨੂੰ ਬੈਠ ਕੇ ਕਰਨ, ਉਹ ਤਾਂ ਹੁਣ ਮੰਨਣੇ ਪੈਣਗੇ, ਕਿਉਂਕਿ ਜਿਹੜਾ ਇੱਕ ਪਹਿਲਾ ਸਮਝੌਤਾ ਕਰ ਚੁੱਕੇ ਆ ਨੈਸ਼ਨਲ ਮਾਫ ਕਰਨਾ ਇਨਫੋਰਮੇਸ਼ਨ ਸ਼ੇਅਰਿੰਗ ਦਾ, ਉਦੋਂ ਵੀ ਵਿਰੋਧ ਹੋਇਆ, ਪਰ ਉਦੋਂ ਭਗਵੰਤ ਮਾਨ ਕਹਿੰਦਾ ਮੈਨੂੰ ਬੰਦੇ ਇਸਰਾਈਲ ਭੇਜਣੇ ਪੈਣਗੇ, ਮੈਂ ਭੇਜਾਂਗਾ। ਕਹਿਣ ਦਾ ਅਰਥ ਝਟਕਾ ਤਾਂ ਹੈ ਹੀ ਹੈ, ਕਿਉਂਕਿ ਹੁਣ ਪੂਰਨ ਤੌਰ ਤੇ ਉਸਤੇ ਇੱਕ ਕਿਸਮ ਦੇ ਨਾਲ ਅਸੀਂ ਕਹਿ ਸਕਦੇ ਕਿ ਕਲਾਵਾਂ ਜਿਹੜੀਆਂ ਨੇ ਉਹ ਹੁਣ ਰਾਘਵ ਚੱਡਾ ਦੇ ਹੱਥ ਜਾਂ ਸੁਪਰੀਮੋ ਦੇ ਅਰਵਿੰਦ ਕੇਜਰੀਵਾਲ ਦੇ ਹੱਥ ਹੋਣਗੀਆਂ। ਹਾਲਾਂਕਿ ਉਹ ਪਹਿਲਾਂ ਹੀ ਸਨ, ਪਰ ਹੁਣ ਇੱਕ ਤਰੀਕੇ ਨਾਲ ਪੱਕਾ ਜਦੋਂ ਤੁਸੀਂ ਆਪਣਾ ਏਜੀ ਇੱਥੇ ਬਿਠਾ ਦਿੱਤਾ, ਤਾਂ ਫਿਰ ਕੁਦਰਤੀ ਤੌਰ ਤੇ ਹਾਲਾਤ ਜਿਹੜੇ ਨੇ ਉਹ ਇਹੋ ਜਿਹੇ ਬਣਦੇ ਨਜ਼ਰ ਆਉਂਦੇ। ਦੂਜਾ ਤੁਹਾਡਾ ਪ੍ਰਸ਼ਨ ਆ ਕਿ ਪੰਜਾਬੀ ਇਸ ਨੂੰ ਬਰਦਾਸ਼ਤ ਕਰਨਗੇ। ਹਾਂ, ਇਹ ਜਿਹੜਾ ਮੁੱਦਾ ਹੈ ਪੰਜਾਬੀਆਂ ਤੋਂ ਤੁਸੀਂ ਗੱਲ ਰਹਿਣ ਦਿਓ ਸਾਰੀਆਂ ਬੰਦਿਆਂ ਦੀ, ਕੀ ਉਹ 91 ਵਿਧਾਇਕ ਇਸ ਗੱਲ ਨੂੰ ਟੋਲਰੇਟ ਕਰਨਗੇ? ਚਲੋ ਉਹਨਾਂ ਦੇ ਵਿੱਚੋਂ 91 ਦੇ ਵਿੱਚੋਂ ਵੀ ਤੁਸੀਂ ਮੰਨ ਲਓ ਕਿ ਜਿਹੜੇ ਨਵੇਂ ਬੰਦੇ ਨੇ, ਜਿਹੜੇ ਪਹਿਲੀ ਵਾਰੀ ਜਿੱਤੇ ਨੇ, ਉਹ ਚੁੱਪ ਰਹਿਣਗੇ, ਪਰ ਜਿਹੜੇ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ, ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਣਗੇ ਕਿ ਜਿਸ ਤਰੀਕੇ ਦੀ ਸਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਤਰਜੀਹ, ਮੈਨੂੰ ਲੱਗਦਾ ਨਹੀਂ ਕੋਈ ਬਹੁਤੀ ਹੈਗੀ ਹੈ, ਕਿਉਂਕਿ ਉਹਨਾਂ ਨੇ ਤਾਂ ਤੁਹਾਨੂੰ ਪਤਾ ਚਾਪਲੂਸੀ ਕਰਨੀ ਹੈ, ਚਾਹੇ ਉਹ ਕੋਈ ਵੀ ਪਾਰਟੀ ਹੈ। ਚਾਹੇ ਤੁਸੀਂ ਪਹਿਲਾਂ ਕਾਂਗਰਸ ਦੀ ਆਪਾਂ ਗੱਲ ਕਰ ਲਈਏ, ਕੈਪਟਨ ਅਮਰਿੰਦਰ ਸਿੰਘ, ਅੱਜ ਇਹ ਕਾਂਗਰਸ ਵਾਲੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਨ ਪੰਜਾਬ ਦੇ ਵਿੱਚ ਕਾਂਗਰਸ ਡੁੱਬੀ ਹੈ, ਪਰ ਜਿੰਨਾ ਟਾਈਮ ਸਿੱਧੂ ਨਹੀਂ ਬੋਲਿਆ ਤੇ ਉਹਨੂੰ ਮੁੱਖ ਮੰਤਰੀ ਨਹੀਂ ਲਾਇਆ, ਉਹਨਾਂ ਟਾਈਮ ਇਹ ਸਾਰੇ ਤਾਰੀਫਾਂ ਨਹੀਂ ਕਰਨੋਂ ਹਟੇ। ਤਾਂ ਇਹ ਜਿਹੜੀ ਗੱਲ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਵਿਧਾਇਕ ਇਹ ਜ਼ਿਆਦਾ ਬੋਲਣਗੇ। ਤੁਸੀਂ ਇਹਨਾਂ ਵਿਧਾਇਕਾਂ ਨੇ ਤਾਂ ਕਿਸੇ ਨੇ ਉੱਠ ਕੇ ਉਦੋਂ ਕੁਮਰ ਵਿਜੇ ਪ੍ਰਤਾਪ ਦੇ ਹੱਕ ਦੇ ਵਿੱਚ ਉੱਠ ਕੇ ਆਵਾਜ਼ ਨਹੀਂ ਲਾਉਣੀ ਬੰਦ ਕੀਤੀ। ਮੈਨੂੰ ਲੱਗਦਾ ਕਿ ਉਹ ਤਾਂ ਚਾਪਲੂਸੀ ਵਾਲੇ ਪਾਸੇ ਨੂੰ ਹੋਣਗੇ ਕਿ ਰਾਘਵ ਚੱਡੇ ਦੇ ਕਿਸੇ ਨਾ ਕਿਸੇ ਨੇੜੇ ਲੱਗ ਜਾਈਏ, ਉਹ ਮੈਨੂੰ ਲੱਗਦਾ ਇਸ ਵਾਲੇ ਪਾਸੇ ਨੂੰ। ਪਰ ਲੋਕ, ਮੇਰਾ ਸਵਾਲ ਉਹ ਫੇਰ ਉਹੀ ਹੈ ਕਿ ਲੋਕ ਜਿਸ ਤਰੀਕੇ ਨਾਲ ਲੋਕਾਂ ਨੇ ਸਬਕ ਸਿਖਾਇਆ ਸੰਗਰੂਰ ਵਾਲੀ ਜਿਮਨੀ ਚੋਣ ਦੇ ਅੰਦਰ, ਤਾਂ ਹੁਣ ਅੱਗੇ 2022 ਦੀਆਂ ਮਾਫ ਕਰਨਾ 24 ਦੀਆਂ ਚੋਣਾਂ ਆਉਣੀਆਂ ਨੇ, ਤਾਂ ਮੈਂ ਲੀਡਰਾਂ ਦੀ ਗੱਲ ਛੱਡੀਏ, ਜਿਹੜਾ ਲੋਕ ਨੇ, ਕਿ ਲੋਕ ਬਰਦਾਸ਼ਤ ਕਰਨਗੇ? ਲੋਕ ਇਸ ਫੈਸਲੇ ਨੂੰ ਕਿਸ ਤਰੀਕੇ ਦੇ ਨਾਲ ਲੈਣਗੇ? ਹਾਂ ਬਿਲਕੁਲ, ਹਾਂ ਇਹੋ ਪ੍ਰਸ਼ਨ ਮੈਂ ਇੱਧਰ ਹੀ ਦੱਸ ਸਕਦਾ, ਲੋਕ ਸ਼ਾਇਦ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਾਉਣ ਕਰਕੇ ਇੱਕ ਲੋਕਾਂ ਦਾ ਜ਼ਬਰਦਸਤ ਤੂਫਾਨ ਇਹਦੇ ਪ੍ਰਤੀ ਉੱਠਿਆ। ਜੀ, ਮੈਨੂੰ ਲੱਗਦਾ ਅਣਖੀ ਸਾਹਿਬ ਦੀ ਆਵਾਜ਼ ਜਿਹੜੀ ਆ ਉਹ ਥੋੜੀ ਜੀ ਕੱਟ ਗਈ ਆ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਅਣਖੀ ਸਾਹਿਬ ਨੂੰ ਜਿਹੜਾ ਦੁਬਾਰਾ ਸਾਡੇ ਨਾਲ ਜੋੜਿਆ ਜਾਵੇ। ਤੇ ਅਣਖੀ ਸਾਹਿਬ ਉਹ ਵੀ ਉਹੀ ਗੱਲ ਜਿਹੜੇ ਦੱਸ ਰਹੇ ਸੀਗੇ ਕਿ ਰਾਘਵ ਚੱਡਾ, ਜਿਸ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀਗਾ ਕਿ ਰਾਘਵ ਚੱਡਾ ਨੂੰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਲਿਆਉਣ ਸਿੱਧੇ ਤੌਰ ਤੇ, ਪਹਿਲਾਂ ਕਿਉਂਕਿ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ, ਠੀਕ ਆ, ਉਦੋਂ ਕਾਫੀ ਜ਼ਿਆਦਾ ਜਿਹੜੀ ਉਹ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ, ਪਰ ਉਹ ਜਿਹੜੀ ਆ ਕਿਸੇ ਤਰੀਕੇ ਦੇ ਨਾਲ ਟਾਲ ਮਟੋਲ ਜਿਹੜਾ ਇਹਨਾਂ ਦੇ ਵੱਲੋਂ ਕਰ ਲਿਆ ਗਿਆ। ਪਰ ਹੁਣ ਜਿਸ ਤਰੀਕੇ ਦੇ ਨਾਲ ਅਸਿੱਧੇ ਤੌਰ ਤੇ ਉਹਨਾਂ ਨੂੰ ਸਰਕਾਰ ਨੂੰ ਸਲਾਹ ਦੇਣ ਵਾਲੀ ਸਲਾਹਕਾਰ ਕਮੇਟੀ ਦਾ ਜਿਹੜਾ ਚੇਅਰਪਰਸਨ ਲਾ ਦਿੱਤਾ ਗਿਆ, ਚੇਅਰਮੈਨ ਲਾ ਦਿੱਤਾ ਗਿਆ, ਜਿਹੜਾ ਉਹ ਹੁਣ ਸਿੱਧੇ ਤੌਰ ਤੇ ਅਫਸਰਾਂ ਨੂੰ ਸੰਕੇਤ ਨਿਰਦੇਸ਼ ਜਿਹੜੇ ਆ ਉਹ ਦੇ ਸਕਣਗੇ। ਤਾਂ ਸਿੱਧੇ ਤੌਰ ਤੇ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਇਹੀ ਗੱਲਾਂ ਕਹਿ ਰਹੀਆਂ ਨੇ ਕਿ ਰਾਘਵ ਚੱਡਾ ਹੁਣ ਜਿਹੜਾ ਸਿੱਧੇ ਤੌਰ ਤੇ ਮੁੱਖ ਮੰਤਰੀ ਜਿਹੜਾ ਉਹ ਬਣਾ ਦਿੱਤਾ ਗਿਆ, ਰਾਘਵ ਚੱਡਾ ਸੁਪਰ ਸੀਐਮ ਜਿਹੜੇ ਪੰਜਾਬ ਦੇ ਹੋਣਗੇ। ਤਾਂ ਉਧਰ ਜੇ ਮੈਂ ਪਿਛੋਕੜ ਦੀ ਗੱਲ ਕਰਾਂ, ਇਤਿਹਾਸ ਦੀ ਗੱਲ ਕਰਾਂ, ਤਾਂ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਵਾਲਿਆਂ ਨੂੰ ਜਿਹੜਾ ਇੱਥੇ ਮਨਜ਼ੂਰ ਨਹੀਂ ਕੀਤਾ। ਤੇ ਜੇ ਜਿਮਨੀ ਚੋਣ ਦੇ ਅੰਦਰ ਜਿਹੜੇ ਲੋਕ ਸਬਕ ਜਿਹੜਾ ਉਹ ਸਿਖਾ ਸਕਦੇ ਆ ਆਮ ਆਦਮੀ ਪਾਰਟੀ ਨੂੰ ਸੰਗਰੂਰ ਵਾਲੀ ਦੇ ਅੰਦਰ ਹਰਾ ਕੇ, ਤਾਂ ਮੈਨੂੰ ਲੱਗਦਾ ਕਿ ਜੇ ਲੋਕਾਂ ਨੂੰ ਇਹ ਫੈਸਲਾ ਨਹੀਂ ਪਸੰਦ ਆਇਆ, ਜਿਹੜਾ ਕਿ ਆਉਂਦਾ ਲੱਗ ਨਹੀਂ ਰਿਹਾ, ਪਸੰਦ ਆਉਂਦਾ ਲੱਗ ਨਹੀਂ ਰਿਹਾ, ਉਹ ਫੈਸਲਾ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਸਿਆਸੀ ਤੌਰ ਤੇ
24 ਦੇ ਵਿੱਚ ਜਾ ਕੇ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਉਹਦੇ ਲਈ ਜਿਹੜਾ ਸਿਆਸੀ ਫੰਦਾ ਜਿਹੜਾ ਉਹ ਬਣ ਸਕਦਾ ਹੈ। ਅਣਖੀ ਸਾਹਿਬ ਜਿਹੜੇ ਆ ਸਾਡੇ ਨਾਲ ਉਹ ਮੇਰੇ ਖਿਆਲ 'ਚ ਦੁਬਾਰਾ ਜੁੜ ਗਏ ਨੇ। ਤਾਂ ਅਣਖੀ ਸਾਹਿਬ ਕੀ ਲੱਗਦਾ ਕਿ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਕਿ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਇਹ ਫੈਸਲਾ ਜਿਹੜਾ ਜ਼ਿਆਦਾ ਮਨਜ਼ੂਰ ਹੋਊਗਾ ਅਣਖੀ ਸਾਹਿਬ। ਹਾਂ ਸੁਖਵਿੰਦਰ ਜੀ ਬਿਲਕੁਲ, ਉਹ ਪਤਾ ਨਹੀਂ ਕਿ ਤਕਨੀਕੀ ਕੰਮ ਕਰਕੇ ਆਪਣਾ ਸੰਪਰਕ ਟੁੱਟ ਗਿਆ ਸੀ। ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਕਿ ਇੱਕ ਦਿੱਲੀ ਦਰਬਾਰ ਦਾ ਸਿੱਧਾ ਏਜੰਟੀ ਅਗਰ ਪੰਜਾਬ ਦੇ ਉਹਨਾਂ ਮਸਲਿਆਂ ਦੇ ਵਿੱਚ ਆਣ ਕੇ ਦਖਲ ਅੰਦਾਜ਼ੀ ਕਰੇ ਜਿਹੜੇ ਪੰਜਾਬ ਦੇ ਆਪਣੇ ਨਰੋੜ ਮਸਲੇ ਹਨ। ਪੰਜਾਬ ਦੀ ਮਾਨਸਿਕਤਾ, ਪੰਜਾਬੀਆਂ ਦੀ ਮਾਨਸਿਕਤਾ ਤੇ ਪੰਜਾਬੀਆਂ ਦਾ ਕਲਚਰ ਦਿੱਲੀ ਤੋਂ ਬਿਲਕੁਲ ਅਲੱਗ ਆ। ਪੰਜਾਬ ਦੀ ਮਾਨਸਿਕਤਾ ਪੰਜਾਬੀਆਂ ਦੀ ਮਾਨਸਿਕਤਾ ਨੂੰ ਕੇਵਲ ਜਾਂ ਪੰਜਾਬ ਦੇ ਜਿਹੜੇ ਉਹ ਮੁੱਦੇ ਜਾਂ ਪੰਜਾਬ ਦੇ ਉਹ ਮਸਲੇ ਜਿਹੜੇ ਅਜੇ ਤੱਕ ਲਟਕਦੇ ਆ ਰਹੇ ਨੇ ਤੇ ਜਿਨ੍ਹਾਂ ਨੂੰ ਹੱਲ ਕਰਨ ਦਾ ਬੜਾ ਹਰ ਸਰਕਾਰ ਦਾ ਮੁੱਢਲਾ ਫਰਜ਼ ਆ, ਉਹ ਇੱਕ ਪੰਜਾਬੀ ਹੀ ਬੰਦਾ ਜਾਣ ਸਕਦਾ। ਉਹ ਭਗਵੰਤ ਮਾਨ ਹੋ ਸਕਦਾ ਜਾਂ ਕੋਈ ਹੋਰ ਹੋ ਸਕਦਾ। ਪਰ ਜੇਕਰ ਤੁਸੀਂ ਇਹ ਕਹੋਗੇ ਦਿੱਲੀ ਦਰਬਾਰ ਤੋਂ ਆਇਆ ਬੰਦਾ ਪੰਜਾਬੀਆਂ ਦੀ ਉਸ ਮਾਨਸਿਕਤਾ ਨੂੰ ਸਮਝ ਕੇ ਜਿਹੜੇ ਬੇਅਦਬੀ ਵਰਗੇ ਮੁੱਦੇ ਨੇ, ਗੋਲੀकांड ਵਰਗੇ ਮੁੱਦੇ ਨੇ, ਉਹਨਾਂ ਮੁੱਦਿਆਂ ਦੇ ਉੱਤੇ ਆਪਣੀ ਰਾਏ ਜੇਕਰ ਉਹ ਦਿੰਦਾ, ਕੀ ਉਹ ਰਾਏ ਉਹ ਵਾਜਬ ਹੋਏਗੀ? ਕੀ ਉਹ ਰਾਏ ਜਿਹੜੀ ਪੰਜਾਬੀ ਮਾਨਸਿਕਤਾ ਜਾਂ ਪੰਜਾਬੀ ਸੁਭਾਅ ਦੇ ਅਨੁਸਾਰ ਹੋਏਗੀ? ਮੇਰਾ ਨਹੀਂ ਖਿਆਲ ਹੋਵੇ। ਸੋ ਪੰਜਾਬ ਦੇ ਲੋਕ ਨਹੀਂ ਇਸ ਗੱਲ ਨੂੰ ਬਰਦਾਸ਼ਤ ਕਰਨਗੇ। ਜਿਸ ਤਰੀਕੇ ਨਾਲ ਅੱਗੇ ਸੰਗਰੂਰ ਦੀਆਂ ਜਿਮਨੀ ਚੋਣਾਂ ਦੇ ਵਿੱਚ ਜਵਾਬ ਦਿੱਤਾ, ਤੁਸੀਂ ਦੇਖਣਾ ਕਿ ਜੇਕਰ ਇਹੋ ਹਾਲਾਤ ਨੇ, ਜੇਕਰ ਇਸੇ ਤਰੀਕੇ ਨਾਲ ਹੀ ਦਖਲ ਅੰਦਾਜ਼ੀਆਂ ਵੱਧਦੀਆਂ ਰਹੀਆਂ ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਇਸ ਦਾ ਵਿਰੋਧ ਵੱਡੇ ਪੱਧਰ ਤੇ ਹੋ ਸਕਦਾ। ਹੁਣ ਜਿਸ ਤਰੀਕੇ ਦੇ ਨਾਲ 36,000 ਮੁਲਾਜ਼ਮਾਂ ਨੂੰ ਪੱਕਿਆ ਕਰਨ ਦੀ ਗੱਲ ਚੱਲ ਰਹੀ ਆ, 3 ਵਾਰੀ ਪੰਜਾਬ ਦੇ ਮੁਲਾਜ਼ਮ ਜਿਹੜੇ ਉਹ ਪੱਕੇ ਕਰਨ ਦਾ ਐਲਾਨ ਚੱਲ ਰਿਹਾ, ਇਹਦੇ ਪਿੱਛੇ ਵੀ ਜੋ ਕੁਝ ਸਮਝਿਆ ਜਾ ਰਿਹਾ ਜਾਂ ਕਿਹਾ ਜਾ ਰਿਹਾ, ਸ਼ਾਇਦ ਇਹੋ ਹੀ ਕਾਰਨ ਆ ਕਿ ਉਹ ਕਿਹਾ ਜਾਂਦਾ ਕਿ ਦਿੱਲੀ ਸਰਕਾਰ ਦੀ ਇੰਟਰਫੇਰੈਂਸ ਆ ਜਾਂ ਉਸ ਦੀ ਦਖਲ ਅੰਦਾਜ਼ੀ ਆ। ਹੁਣ ਰਾਘਵ ਚੱਡਾ ਹੋਣਾ ਦੀ ਐਂਟਰੀ ਹੋਈ ਆ। ਹੁਣ ਦੇਖੋ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਕਿਸ ਤਰੀਕੇ ਨਾਲ ਹੱਲ ਹੁੰਦੇ ਆ ਜਾਂ ਹੋਰ ਵਿਗੜਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਪ੍ਰਤੀ ਆਕਰੋਸ਼ ਜਿਹੜਾ ਆ ਉਹ ਜ਼ਰੂਰ ਪੈਦਾ ਹੋਏਗਾ ਜੀ। ਬਿਲਕੁਲ ਬਿਲਕੁਲ। ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਚਰਚਾ ਜਿਹੜੀ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।